शराब फैक्ट्री बंद करो, पंजाब सरकार, पंजाब सरकार, शराब फैक्ट्री बंद करो, शराब फैक्ट्री बंद करो, पंजाब सरकार कर दिया की मुर्दाबाद, 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 ਫਾਜ਼ਿਲਕਾ ਦੇ ਪਿੰਡ ਹੀਰਾਵਾਲੀ 'ਚ ਪਿਛਲੇ 16 ਦਿਨਾਂ ਤੋਂ ਲੋਕ ਸੜਕਾਂ ਤੇ ਉਤਰੇ ਹੋਏ ਨੇ। ਉਹਨਾਂ ਵੱਲੋਂ ਹਾਈਵੇ ਉੱਤੇ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਹੀਰਾਵਾਲੀ 'ਚ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਸ਼ਰਾਬ ਦੀ ਫੈਕਟਰੀ ਲਗਵਾਉਣ ਜਾ ਰਹੇ ਨੇ, ਜਿਸ ਦੇ ਵਿਰੋਧ ਵਿੱਚ ਇਹ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸ਼ਰਾਬ ਦੀ ਫੈਕਟਰੀ ਦੇ ਵਿਰੋਧ 'ਚ ਕਰੀਬ 29 ਪਿੰਡਾਂ ਦੀਆਂ ਪੰਚਾਇਤਾਂ ਨੇ ਮਤਾ ਵੀ ਪਾਇਆ ਹੈ ਤੇ ਇਸ ਧਰਨੇ ਪ੍ਰਦਰਸ਼ਨ ਵਿੱਚ ਹਰ ਰੋਜ਼ औरतां भी बड़ी गिनती च शामिल हो रही ने। खेल मंत्री शराब फैक्ट्री बंद करो, शराब फैक्ट्री बंद करो, पंजाब सरकार, पंजाब सरकार, पंजाब सरकार, मंत्री शराब फैक्ट्री बंद करो, शराब फैक्ट्री बंद करो, पंजाब सरकार, पंजाब सरकार, ये सरकार कर दिया की सरकार कर दिया की फैक्ट्री नहीं लगेगी, मुर्दाबाद, 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 फैक्ट्री नहीं लगेगी, नहीं लगेगी, नहीं लगेगी, नहीं लगेगी। लोटू टोले मुर्दाबाद, राणा सोढी मुर्दाबाद, हीरावाली की शराब की फैक्ट्री नहीं लगेगी। सामने मंदिर है जी, आ फैक्ट्री का लोकेशन है। आप फैक्ट्री की लोकेशन के कोल खड़े हैं। वो सामने मंदिर है, इधर सामने वो देखो छोटा मंदिर है, वो पीछे स्कूल है जी, वो हाई स्कूल है उत्थे। इधर छोटी छोटी ढाणियां है जी, सारी रिहाइश है इत्थे। सामने जो जिथे फैक्ट्री की जगह खत्म होंदी है इधरले साइड, वो तो 200 मीटर पीछे 4-5 ढाणियां है जी। इत्थे सामने पिंड वो देखो तुहानूं घर नज़र आ रहे हैं रेलवे लाइन के उधरली साइड, वो हीरावाली पिंड है जी। तो इत्थों 1.5 किलोमीटर ते बेगावाली पिंड है जी। धरना प्रदर्शन कर रहे लोगों ने कहा है कि पंजाब के कैबिनेट मंत्री राणा सोढी ते उन्हां दे बेटे हीरा सोढी उन्हां दे पिंड विच शराब की फैक्ट्री लगाउण जा रहे ने, जिस दे विरोध विच उन्हां वल्लों धरना प्रदर्शन किया जा रहा है। इस दे नाल ही उन्हां कहा कि पिंड दे जमीनी पानी विच शराब फैक्ट्री का जहरीला पानी मिलण नाल जमीनां खराब हो जाणगीआं ते कैंसर वर्गियां भयानक बीमारियां फैलण दा भी खतरा बढ़ेगा। अज 17वां दिन है, हीरावाली के रकबे शराब फैक्ट्री लग रही है, जिसका डायरैक्टर राणा सोढी का मुंडा है। उस शराब फैक्ट्री के खिलाफ 17वां दिन है। 29 पंचायतों ने लिखती रूप से इस धरने के विरोध से मता पा के दिता है। तो बाकी जो बार एसोसीएशन है, व्यापार मंडल है, आड़ती सारे का सानू संस्थावां का लिखती रूप से CM नूं DC के राही मैमोरेंडम दिता है, तो सानू भी लिखती रूप से दिता भी ये शराब फैक्ट्री इस जिले के विच ही नहीं लगनी चाहिए। ਤੇ ਪ੍ਰਸ਼ਾਸਨ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ? ਕੋਈ ਜਿਵੇਂ ਕਿ ਤੁਸੀਂ ਇਹ ਰੋਡ ਵੀ ਜਾਮ ਕੀਤਾ, ਪ੍ਰਸ਼ਾਸਨ ਕੀ ਕਹਿੰਦਾ? ਪ੍ਰਸ਼ਾਸਨ ਦੇ ਨਾਲ ਸਾਡੀ 4 ਮੀਟਿੰਗਾਂ ਹੋ ਚੁੱਕੀਆਂ। ਪ੍ਰਸ਼ਾਸਨ ਉਹਨਾਂ ਦੇ ਦਬਾਅ ਦੇ ਵਿੱਚ ਹੈ ਸਰਕਾਰ ਦੇ, ਇਸ ਕਰਕੇ ਹਾਲਾਂਕਿ ਉਹ ਵੀ ਇਨਸਾਨ ਹੈ ਪ੍ਰਸ਼ਾਸਨ 'ਚ, ਉਹ DC ਹੈ, SSP ਹੈ, ਦਿਲੋਂ ਤਾਂ ਉਹ ਵੀ ਚਾਹੁੰਦੇ ਵੀ ਇਹ ਜੀ ਗੰਦੀ ਚੀਜ਼ ਇੱਥੇ ਜਿਹੜੀ ਬਿਮਾਰੀਆਂ ਜਿਹਦੇ ਨਾਲ ਕਰਕੇ ਫੈਲਦੀਆਂ, ਨੁਕਸਾਨ ਹੁੰਦਾ ਲੋਕਾਂ ਦਾ, ਜ਼ਮੀਨ ਦਾ, ਪਾਣੀ ਦਾ, ਇਹ ਜੀ ਚੀਜ਼ ਨਹੀਂ ਹੋਣੀ ਚਾਹੀਦੀ। ਪਰ ਉਹ ਦਬਾਅ ਦੇ ਵਿੱਚ ਕੁਝ ਵੀ ਬੋਲਦੇ ਨਹੀਂ ਤੇ ਉਹ ਮੂਕ ਦਰਸ਼ਕ ਬਣਿਆ ਹੈ ਪ੍ਰਸ਼ਾਸਨ। ਕੀ ਨੁਕਸਾਨ ਹੋ ਸਕਦੇ ਨੇ, ਜਿਵੇਂ ਕਿ ਤੁਸੀਂ ਅੰਦਾਜ਼ਾ ਲਾਇਆ ਜਾਂ ਹੋਰ ਫੈਕਟਰੀਆਂ ਵੇਖ ਕੇ ਆਏ ਹੋ? हाँ जी, सानू DC साहब ਵੱਲੋਂ ਭੇਜਿਆ ਗਿਆ ਸੀ, ਜਿਹਦੇ ਵਿੱਚ ਸਾਡੀ ਕਮੇਟੀ ਦੇ 9 ਮੈਂਬਰ, ਸਿਕਿਉਰਿਟੀ ਵਾਸਤੇ SPD ਔਰ ਪੋਲੂਸ਼ਨ ਡਿਪਾਰਟਮੈਂਟ ਦੇ SDO ਤੇ ਉਹਨਾਂ ਦੇ ਨਾਲ ਬੰਦੇ ਗਏ ਸੀਗੇ।
ਉਹਨਾਂ ਨੇ ਫੈਕਟਰੀਆਂ ਦਿਖਾਈਆਂ ਸਾਨੂੰ, 2 ਸ਼ਰਾਬ ਦੀ ਫੈਕਟਰੀ ਔਰ 1 ਬੀਅਰ ਦੀ ਫੈਕਟਰੀ, 1 ਡੇਰਾ ਬੱਸੀ, 1 ਰਾਜਪੁਰਾ, 1 ਪਟਿਆਲੇ ਦੇ ਕੋਲ ਰਾਜਪੁਰਾ ਤਹਿਸੀਲ 'ਚ 3 ਫੈਕਟਰੀਆਂ ਦੇਖੀਆਂ ਸੀ, ਜਿਹਦੇ ਵਿੱਚ ਸਾਨੂੰ ਉੱਥੋਂ ਦੀ ਪੰਚਾਇਤਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ ਵੀ ਆਹ ਫੈਕਟਰੀ ਹੈ ਜਿਹੜੀ ਅਸੀਂ ਵੀ ਧਰਨੇ ਪ੍ਰਦਰਸ਼ਨ ਕੀਤੇ ਸੀ, ਜਿਵੇਂ ਤੁਹਾਨੂੰ ਇੱਥੇ ਲੈ ਕੇ ਆਇਆ ਉਵੇਂ ਸਾਨੂੰ ਵੀ ਹੋਰ ਫੈਕਟਰੀਆਂ ਦਿਖਾਈਆਂ ਸੀ ਵੀ ਇਹ ਨਵੀਂ ਤਕਨੀਕ ਨਾਲ ਹੈਗੀ ਹੈ, ਇਹਦੇ ਨਾਲ ਨੁਕਸਾਨ ਨਹੀਂ ਹੁੰਦਾ। ਪਰ ਅਸੀਂ ਉਦੋਂ ਇਹਨਾਂ ਦੀ ਗੱਲਾਂ 'ਚ ਆ ਗਏ ਸੀਗੇ। ਅੱਜ ਅਸੀਂ ਮਾਰਚ ਝੇਲ ਰਹੇ ਹਾਂ। ਉਹਨਾਂ ਨੇ ਆਪਦੀ ਜਿਹੜੀ ਸ਼ਿਕਾਇਤਾਂ NGT ਤੱਕ ਕੀਤੀਆਂ ਉਹ ਦਿਖਾਈਆਂ, ਸੁਪਰੀਮ ਕੋਰਟ 'ਚ ਕੇਸ ਪਾਇਆ, ਉਹਨਾਂ ਦੀ ਬਾਅਦ 'ਚ ਕੋਈ ਸੁਣਵਾਈ ਨਹੀਂ ਹੁੰਦੀ ਵੀ ਅਗਰ ਤੁਸੀਂ ਹੁਣ ਤਕੜੇ ਰਹਿ ਜਾਓਗੇ, ਫੈਕਟਰੀ ਰੋਕ ਲੋਗੇ ਤਾਂ ਰੁਕ ਜੂਗੀ, ਬਾਅਦ 'ਚ ਇੱਕ ਵਾਰੀ ਲੱਗ ਗਈ ਫਿਰ ਤੁਹਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰਨੀ। ਉੱਥੋਂ ਦੇ ਲੋਕਾਂ ਨੇ ਇੱਕ ਵੀ ਪਰਸਨ ਨੇ ਸਿੰਗਲ ਨੇ ਸਾਨੂੰ ਇਹ ਨਹੀਂ ਕਿਹਾ ਵੀ ਇਸ ਫੈਕਟਰੀ ਦਾ ਕੋਈ ਫਾਇਦਾ ਹੈ। ਇਹਦੇ ਨਾਲ ਕੈਂਸਰ ਦੀ ਬਿਮਾਰੀਆਂ, ਚਮੜੀ ਦੇ ਰੋਗ ਔਰ ਸਾਹ ਦੇ ਰੋਗ ਜਿਹਨੂੰ ਦਮਾ ਕਹਿ ਦਿੰਦੇ ਆਪਾਂ, ਤੇ ਅੱਖਾਂ ਦੀ ਬਿਮਾਰੀ ਜ਼ਿਆਦਾ ਹੁੰਦੀ ਹੈ। ਹੁਣ ਫਿਰ ਤੁਹਾਡਾ ਅਖੀਰਲਾ ਫੈਸਲਾ ਕੀ ਰਹੇਗਾ ਜਿਹੜੀ ਕਮੇਟੀ ਹੈ ਉਹਦੇ ਵਿੱਚ? ਸਾਡੀ ਕਮੇਟੀ ਤਾਂ ਇੱਥੇ ਡਟੀ ਹੋਈ ਹੈ। ਅਸੀਂ ਸਰਕਾਰ ਤੱਕ ਆਦੀ ਗੱਲ ਰੱਖ ਆਏ ਹਾਂ। ਪਰਸੋਂ ਸਾਡੀ ਕਮੇਟੀ ਵੀ ਗਈ ਸੀ, ਅਸੀਂ ਉੱਥੇ ਗੱਲ ਰੱਖੀ ਆਪਦੀ, ਸਾਰਾ ਅਸੀਂ ਸਮਝਾਇਆ, ਉਹਨਾਂ ਨੂੰ ਦੱਸਤਾ ਵੀ ਆਹ ਚੀਜ਼ਾਂ ਇਹਨਾਂ ਕੋਲ NOC ਪੰਚਾਇਤ ਦੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ। ਹਾਲਾਂਕਿ ਪੰਚਾਇਤੀ ਰਾਜ ਦੇ ਐਕਟ ਦੇ ਵਿੱਚ ਜਿਹੜਾ ਪਾਸ ਹੋਇਆ ਹੈ ਉਹਦੇ ਵਿੱਚ ਤੁਸੀਂ ਅਗਰ ਪੰਚਾਇਤ ਲਿਖ ਦੇਵੇ ਤਾਂ ਠੇਕਾ ਵੀ ਨਹੀਂ ਖੋਲ ਸਕਦੀ ਸ਼ਰਾਬ ਦਾ। ਇਹ ਤਾਂ ਫੈਕਟਰੀ ਲਾਉਣ ਦੀ ਬਹੁਤ ਦੂਰ ਦੀ ਗੱਲ ਹੈ। ਮੇਰਾ ਨਾਮ ਰਕੇਸ਼ ਕੁਮਾਰ ਹੈ, ਹੀਰਾ ਵਾਲੀ ਮੇਰਾ ਪਿੰਡ ਹੈ। ਹੀਰਾ ਵਾਲੀ ਤੋਂ ਬੇਗਾ ਵਾਲੀ ਰੋਡ ਤੇ ਇੱਥੇ ਇੱਕ ਸ਼ਰਾਬ ਦੀ ਫੈਕਟਰੀ ਲੱਗ ਰਹੀ ਹੈ। ਉਹ ਫੈਕਟਰੀ ਪੰਜਾਬ ਦੇ ਖੇਲ ਮੰਤਰੀ ਗੁਰੂ ਸਾਹਿਬ ਦੇ MLA ਗੁਰਮੀਤ ਸਿੰਘ ਰਾਣਾ ਸੋਢੀ ਲਾ ਰਹੇ ਨੇ। ਇੱਥੇ ਉਸ ਫੈਕਟਰੀ ਦੇ ਖਿਲਾਫ 'ਚ ਇਹ ਰੋਸ ਪ੍ਰਦਰਸ਼ਨ ਹੋ ਰਿਹਾ, ਧਰਨਾ ਦਿੱਤਾ। ਇਸ ਨੂੰ 17 ਦਿਨ ਹੋ ਗਏ। ਪ੍ਰਸ਼ਾਸਨ ਦੇ ਹੱਥ ਖੜੇ ਹੈ ਤੇ ਮੰਤਰੀ ਸਾਹਿਬ ਦੇ ਕੰਨਾਂ 'ਚ ਜੂ ਹੈ, ਪੂਰੀ ਸਰਕਾਰ ਦੇ ਵੀ, ਉਹ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਪਰ ਅਸੀਂ ਘਰੋਂ ਪੂਰਾ ਇਹ ਮਿੱਥ ਕੇ ਆਏ ਹਾਂ ਵੀ ਇਹ ਫੈਕਟਰੀ ਅਸੀਂ ਨਾ ਅੱਜ ਲੱਗਣ ਦੇਣੀ, ਨਾ ਕੱਲ੍ਹ ਮਰਨ ਨੂੰ ਤਿਆਰ ਹਾਂ। ਜੇ ਇਹ ਫੈਕਟਰੀ ਲੱਗੀ ਤਾਂ ਇੱਥੋਂ ਦਾ ਆਸੇ-ਪਾਸੇ ਦਾ ਏਰੀਆ ਸਾਰਾ ਬਰਬਾਦ ਹੋ ਜਾਊਗਾ, ਪਾਣੀ ਪ੍ਰਦੂਸ਼ਿਤ ਹੋ ਜਾਊਗਾ, ਵਾਤਾਵਰਨ ਪ੍ਰਦੂਸ਼ਿਤ ਹੋ ਜਾਊਗਾ। ਪਾਣੀ ਪਹਿਲਾਂ ਵੀ ਇੱਥੇ ਪੀਣ ਯੋਗ ਇੰਨਾ ਚੰਗਾ ਹੈ ਨਹੀਂਗਾ, ਵਾਟਰ ਵਰਕਸ ਦੀ ਕੋਈ ਖਾਸ ਸੁਵਿਧਾ ਹੈ ਨਹੀਂ। ਨਹਿਰ ਦਾ ਜਿਹੜਾ ਸਿਸਟਮ ਹੈ ਉੱਥੇ 6 ਮਾਸੀ ਹੈ, 6 ਮਹੀਨੇ ਬੰਦ ਰਹਿੰਦੀ ਹੈ। ਇਸ ਤੋਂ ਬਾਅਦ ਵਾਟਰ ਲੈਵਲ ਹੈ ਜਿਹੜਾ ਉਹ ਇੱਥੇ 5-6 ਫੁੱਟ 'ਤੇ ਹੀ ਹੈ। ਉਹਨਾਂ ਨੇ ਜਿਹੜੀ ਵੇਸਟੇਜ ਹੈ ਉਹ ਪ੍ਰੈਸ਼ਰ ਰਾਹੀਂ ਜ਼ਮੀਨ ਦੇ ਵਿੱਚ ਪਾਉਣੀ ਹੈ, ਜਿਹੜਾ 26 ਇੰਚੀ 10 ਬੋਰ ਪਾਉਣੇ ਹੈ, 10 ਬੋਰਾਂ ਰਾਹੀਂ, ਤਾਂ ਉਹ ਪਾਣੀ ਬਹੁਤ ਛੇਤੀ ਇੱਥੇ ਜ਼ਮੀਨ 'ਚ ਫੈਲਣਾ, ਕਿਉਂਕਿ ਇੱਥੇ ਸੇਮੀ ਇਲਾਕਾ ਵੀ ਹੈਗਾ ਹੈ। ਇਸ ਦੇ ਨਾਲ ਟਿੱਬੀ, ਕੈਂਸਰ, ਦਮਾ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਵੀ ਕਰ ਆਮ ਹੋ ਜਾਣਗੀਆਂ। ਇਹ ਏਰੀਆ ਪਹਿਲਾਂ ਵੀ ਪਿਛੜਿਆ ਹੋਇਆ ਏਰੀਆ ਹੈ, ਕਿਉਂ 3 ਵਾਰ ਤਾਂ ਇਹ ਜੰਗ ਦੀ ਮਾਰ 'ਚ ਆ ਚੁੱਕਿਆ, 65, 47 ਤੇ 71 ਦੀ। ਬਾਰਡਰ ਦੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਹੈ। ਇੱਧਰ ਪੰਜਾਬ ਦਾ ਵੀ ਇੱਕ ਪਿਛੜਿਆ ਹੋਇਆ ਏਰੀਆ ਵੀ ਕਹਿ ਸਕਦੇ ਹਾਂ ਇਸ ਨੂੰ, ਤੇ ਬਾਰਡਰ ਏਰੀਆ ਵੀ ਹੈ। ਤੇ ਸਰਕਾਰਾਂ ਇਹਨੂੰ ਫਿਰ ਵੀ ਬਰਬਾਦ ਕਰਨ ਤੇ ਤੁੱਲੀ ਹੈ। ਪਰ ਅਸੀਂ ਇਹ ਫੈਕਟਰੀ ਨਾ ਅੱਜ ਲੱਗਣ ਦਿਆਂਗੇ, ਨਾ ਕੱਲ੍ਹ ਕਰੋ। ਇਹੀ ਸੋਚ ਕੇ ਸਮਝ ਕੇ ਮਿੱਥ ਕੇ ਆਏ ਸੀ ਵੀ ਮਰਨਾ ਮਨਜ਼ੂਰ ਹੈ, ਵੀ ਕੱਲ੍ਹ ਨੂੰ ਮਰਾਂਗੇ ਜਾਂ ਸਾਡੀ ਆਉਣ ਵਾਲੀ ਪੀੜ੍ਹੀਆਂ ਮਰਨਗੀਆਂ, ਇਸ ਨਾਲੋਂ ਅੱਜ ਮਰ ਜਾਵਾਂਗੇ ਉਹ ਠੀਕ ਹੈ। ਇਹ ਫੈਕਟਰੀ ਅਸੀਂ ਨਾ ਅੱਜ ਲੱਗਣ ਦਿਆਂਗੇ, ਨਾ ਕੱਲ੍ਹ। ਉਦੋਂ ਤੱਕ ਧਰਨਾ ਇੱਥੇ ਹੀ ਰਹੂਗਾ ਜਦੋਂ ਤੱਕ ਪ੍ਰਸ਼ਾਸਨ ਸਾਨੂੰ ਲਿਖਤੀ ਰੂਪ ਵਿੱਚ ਵਿਸ਼ਵਾਸ ਨਹੀਂ ਦਿਵਾਉਂਦਾ ਵੀ ਇਹ ਫੈਕਟਰੀ ਇੱਥੇ ਨਹੀਂ ਲੱਗਣੀ। ਅਸੀਂ ਇੱਥੋਂ ਖੜੇ ਹੋ ਕੇ ਘਰੇ ਨਹੀਂ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਹੀ ਜਿਵੇਂ ਹੀਰੇ ਵਾਲੀ ਦੇ ਵਿੱਚ ਆ ਫੈਕਟਰੀ ਖੁੱਲ ਰਹੀ ਆ ਤੇ ਆਪਣੇ ਖੇਡ ਮੰਤਰੀ ਜਿਹੜੇ ਰਾਣਾ ਸੋਢੀ ਜੀ ਆ ਇਹ ਖਿਲਾ ਰਹੇ ਆ। ਪਹਿਲਾਂ ਤਾਂ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੂੰਗਾ ਵੀ ਤੁਹਾਨੂੰ ਹੁਣ ਅਸੀਂ ਕਹੀਏ ਕਿ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਤੁਸੀਂ ਖੇਡ ਮੰਤਰੀ ਆ। ਜੇਕਰ ਤੁਸੀਂ ਕੋਈ ਚੱਜ ਦਾ ਇੱਥੇ ਕੰਮ ਧੰਦਾ ਖੋਲ੍ਹਦੇ ਤਾਂ ਸਾਨੂੰ ਚੰਗਾ ਵੀ ਲੱਗਦਾ। ਜੇਕਰ ਤੁਸੀਂ ਖੇਡ ਮੰਤਰੀ ਹੋ ਤਾਂ ਕੋਈ ਖਿਡਾਰੀਆਂ ਵਾਸਤੇ ਚੰਗੀ ਥਾਂ ਬਣਾਉਂਦੇ, ਕੋਈ ਸਟੇਡੀਅਮ ਬਣਾਉਂਦੇ ਤਾਂ ਅਸੀਂ ਵਾਕਈ ਕਹਿੰਦੇ ਖੇਡ ਮੰਤਰੀ। ਪਰ ਜਿਹੜੇ ਬੰਦੇ ਨੇ ਪਰ ਆਪ ਕਦੇ ਕਬੱਡੀ ਦੀ ਰੇਡ ਨਾ ਪਾਈ ਹੋਵੇ ਤਾਂ ਉਹ ਖੇਡ ਮੰਤਰੀ ਪਤਾ ਨਹੀਂ ਬਣ ਕਿਵੇਂ ਗਿਆ। ਤੇ ਮੈਂ ਗੱਲ ਇੱਕ ਕਹਿਣੀ ਚਾਹੂੰਗਾ ਸਾਡੇ ਕੈਪਟਨ ਸਾਹਿਬ ਜੀ ਨੂੰ ਵੀ, ਤੁਹਾਡੇ ਧਿਆਨ ਦੇ ਵਿੱਚ ਵੀ ਜਿਹੜੀ ਗੱਲ ਆ ਜਾਵੇ। ਤੁਸੀਂ BJP ਵਾਲਿਆਂ ਤੇ ਤਾਂ ਵਾਰ-ਵਾਰ ਤੀਰ ਸਿੱਟੀ ਜਾਂਦੇ ਆ, ਜਿਵੇਂ ਮਤਲਬ ਪੂਰੇ ਤੁਸੀਂ ਕਹਿ ਸਕਦੇ ਵੀ ਮਹਾਭਾਰਤ ਦੇ ਵਿੱਚ ਜੰਗ ਲੜੀ ਹੋਵੇ। ਤਾਂ ਜਿਵੇਂ ਹੁਣ ਤੁਸੀਂ ਉਹਨਾਂ ਨੂੰ ਤਾਂ ਕਹਿ ਰਹੇ ਆ, ਤੁਸੀਂ ਆਪਦੇ MLA MPਆਂ ਨੂੰ ਵੀ ਕਹੋ ਵੀ ਜਿਹੜਾ ਇਹ ਗੰਦ ਪਾ ਰਹੇ ਆ, ਤੁਸੀਂ ਉਹਨਾਂ ਨੂੰ ਤਾਂ ਕਹਿ ਰਹੇ ਆ ਕਿਸਾਨਾਂ ਦੇ ਨਾਲ ਐ ਹੋ ਰਿਹਾ। ਪਰ ਜਿਹੜੇ ਇੱਥੇ ਅੱਜ ਪਿੰਡ ਦੇ ਵਿੱਚ ਹੀਰਿਆਂ ਵਾਲੀ ਪਿੰਡ ਦੇ ਵਿੱਚ ਕਿਸਾਨ ਬੈਠੇ ਆ, ਇਹਨਾਂ ਦੇ ਨਾਲ ਕਿੰਨਾ ਕੁ ਚੰਗਾ ਹੋ ਰਿਹਾ। ਤਾਂ ਜੇਕਰ ਸਾਡੀ ਇਹ ਮੰਗ ਨਹੀਂ ਪੂਰੀ ਹੁੰਦੀ, ਅਸੀਂ ਇਹ ਫੈਕਟਰੀ ਨਾ ਤਾਂ ਅੱਜ ਲਾਉਣੀ ਹੈ, ਨਾ ਅਸੀਂ ਕੱਲ੍ਹ ਲਾਉਣੀ ਆ। ਤੇ ਜੇ ਅਸੀਂ ਇੱਥੇ ਹੀ ਸਾਡੇ ਬੰਦੇ ਇੱਥੇ ਵੀ ਬੈਠੇ ਰਹਿਣਗੇ ਤੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ, ਜਿਵੇਂ ਸਾਡੀ ਕਮੇਟੀ ਕਰੂਗੀ, ਪਿੰਡਾਂ ਦੇ ਵਿੱਚ ਜਾ ਕੇ ਅਸੀਂ ਤੁਹਾਡੇ ਰਾਣਾ ਸੋਢੀ ਦੇ ਪਿੰਡ ਦੇ ਵਿੱਚ ਜਾ ਕੇ ਅਸੀਂ ਕਹਿਣਾ ਕਿਸੇ ਨੂੰ ਕੁਝ ਵੀ ਨਹੀਂ, ਨਾ ਅਸੀਂ ਰਾਣੇ ਸੋਢੀ ਦੀ ਕੋਠੀ ਅੱਗੇ ਕੁਝ ਕਰਨਾ। ਅਸੀਂ ਸਿਰਫ ਉਹਨਾਂ ਦੇ ਪਿੰਡ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਸਾਥੋਂ ਜਿਹੜੀ ਗਲਤੀ ਹੋਈ ਹੈ ਵੀ ਇਹਨੂੰ ਕੁਝ ਅਸੀਂ ਬਣਾ ਹੀ ਬੈਠੇ ਆ ਪੰਜਾਬ ਦੇ ਵਿੱਚ, ਤਾਂ ਸਾਡੀ ਉਹ ਗਲਤੀ ਹੈ ਜਿਹੜੀ ਮਾਫ ਕਰਾਓ। ਤੇ ਇਹ ਜਿਹੜੀ ਫੈਕਟਰੀ ਉਹ ਸਾਡੇ ਇੱਥੇ ਨਾ ਤਾਂ ਪਿੰਡ ਦੇ ਵਿੱਚ ਨਹੀਂ, ਕੋਈ ਬਲਾਕ ਦੇ ਵਿੱਚ ਨਹੀਂ, ਫਾਜ਼ਿਲਕਾ ਜ਼ਿਲ੍ਹਾ ਦੇ ਵਿੱਚ ਹੀ ਨਹੀਂ ਲੱਗਣੀ ਚਾਹੀਦੀ। ਔਰ ਜਿਹੜੇ ਸਾਡਾ ਪ੍ਰਸ਼ਾਸਨ ਜਿਹੜਾ ਸਾਨੂੰ ਵਿਖਾਉਂਦਾ ਜੀ ਇਹਦੇ ਫਾਇਦੇ ਬਹੁਤ ਆ, ਤੇ ਚਲੋ ਫਾਇਦੇ ਬਹੁਤ ਆ ਜੀ, ਤਾਂ ਅਸੀਂ ਤਾਂ ਇਹ ਫਾਇਦੇ ਨਹੀਂ ਲੈਣਾ ਚਾਹੁੰਦੇ। ਜੇਕਰ DC ਸਾਹਿਬ ਕਹਿੰਦੇ ਤੇ ਫਾਇਦੇ ਬਹੁਤ ਆ ਤਾਂ DC ਸਾਹਿਬ ਨੂੰ ਮੈਂ ਇੱਕ ਹੱਥ ਬੰਨ੍ਹ ਕੇ ਸਲਾਹ ਦੇਣੀ ਚਾਹੁੰਦਾ
ਵੀ ਜੇਕਰ ਇਹਦੇ ਫਾਇਦੇ ਵਾਹਵਾ ਤੇ ਆਪਦੇ ਘਰ ਦੇ ਬਾਹਰ ਅੱਗੇ ਖਲਾਓ ਇਹ ਫੈਕਟਰੀ, ਜਾਂ ਆਪਦੇ ਘਰ ਦੇ ਨਾਲ ਖਲਾਓ। ਜੇਕਰ ਕੋਈ ਸਾਡਾ ਪ੍ਰਸ਼ਾਸਨ ਜਿਹੜਾ ਵੀ ਕਹਿੰਦਾ ਇਹਦੇ ਫਾਇਦੇ ਬਹੁਤ ਆ, ਉਹ ਆਪਦੇ ਘਰ ਕੋਲ ਖਲਾ ਲਓ, ਆਪਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਖਲਾ ਲਓ। ਸਾਨੂੰ ਇਹ ਫਾਇਦੇ ਨਹੀਂ ਚਾਹੀਦੇ। ਔਰ ਜਿਹੜੀ ਗੱਲ ਰਹੀ ਸਾਡੇ ਪ੍ਰਸ਼ਾਸਨ ਦੀ, ਪ੍ਰਸ਼ਾਸਨ ਜਿਹੜਾ ਸਾਡਾ ਉਹ ਚਾਹੁੰਦਾ ਵੀ ਇਹ ਫੈਕਟਰੀ ਨਾ ਲੱਗੇ, ਪਰ ਤੁਹਾਨੂੰ ਵੀ ਪਤਾ, ਜਿਹੜੇ ਲੋਕਾਂ ਨੂੰ ਵੀ ਪਤਾ, ਸਾਡੀ ਮੀਡੀਆ ਨੂੰ ਵੀ ਪਤਾ, ਸਾਡੇ ਸਾਰੇ ਹੀ ਲੋਕਾਂ ਨੂੰ ਪਤਾ ਵੀ ਜਿਹੜਾ ਪ੍ਰਸ਼ਾਸਨ ਆ ਉਹ ਲੀਡਰਾਂ ਦੇ ਅੰਡਰ ਚੱਲਦਾ, ਮੰਤਰੀਆਂ ਦੇ ਅੰਡਰ ਚੱਲਦਾ। ਇਹਦਾ ਮੰਤਰੀਆਂ ਨੂੰ ਹੁਣੇ ਪਤਾ ਸਮਝ ਨਹੀਂ ਆ ਰਹੀ ਵੀ ਇਹਨਾਂ ਦੇ ਕੰਨ ਦੇ ਵਿੱਚ ਮੈਲ ਕਿਹੜੀ ਹੈ ਜਿਹੜੀ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ। ਜੇਕਰ ਹਾਈਡਰੋਜਨ ਤੁਹਾਨੂੰ ਦੱਸ ਦਿੰਦੇ ਉਹ ਕੰਨ ਦੇ ਵਿੱਚ ਪਾ ਕੇ ਮੈਲ ਕੱਢੀ ਜਾਂਦੀ ਹੈ, ਮੈਂ ਰਾਣਾ ਸੋਢੀ ਜੀ ਨੂੰ ਕਹਿ ਦਿੰਦਾ ਵੀ ਜਿਹੜਾ ਤੁਹਾਡੇ ਬੱਚਾ ਤੁਸੀਂ ਉਹਨੂੰ ਤਾਂ ਫੈਕਟਰੀਆਂ ਖੋਲ ਕੇ ਦੇਈ ਜਾਂਦੇ ਆ, ਤੇ ਸਾਡੇ ਬੱਚਿਆਂ ਦਾ ਤੁਸੀਂ ਨੁਕਸਾਨ ਕਰਾਈ ਜਾਂਦੇ। ਕਿੱਡੀ ਸ਼ਰਮਿੰਦਗੀ ਦੀ ਗੱਲ ਆ। ਤੁਸੀਂ ਮੰਤਰੀ ਐ ਇਸ ਪੰਜਾਬ ਦੇ ਵਿੱਚ, ਮੰਤਰੀ ਦਾ ਕੰਮ ਹੁੰਦਾ, ਮੰਤਰੀ ਪਿਓ ਦੇ ਅਹੁਦੇ ਤੇ ਹੁੰਦਾ ਵੀ ਲੋਕਾਂ ਦੇ ਚੰਗੇ ਕੰਮ ਕਰੇ, ਪਰ ਜੋ 100 ਜਹਾਨ ਦਾ ਮਾੜਾ ਕੰਮ ਉਹ ਤੁਸੀਂ ਕਰੀ ਜਾਂਦੇ ਆ। ਫੈਕਟਰੀ ਨਾ ਸੀ ਇਹ ਅੱਜ ਲੱਗਣ ਦੇਣੀ ਆ, ਨਾ ਸੀ ਇਹ ਕੱਲ ਲੱਗਣ ਦੇਣੀ ਆ। ਤੇ ਅਸੀਂ ਇੰਨਾ ਜ਼ਰੂਰ ਕਹਿੰਦੇ ਆ ਕੈਪਟਨ ਸਾਹਿਬ ਨੂੰ ਵੀ ਤੁਹਾਡੇ ਤੇ ਮੋਦੀ ਦੇ ਵਿੱਚ ਕੋਈ ਫਰਕ ਨਹੀਂ। ਦੂਜਾ ਮੋਦੀ ਬਸ ਚੱਕਰ ਇਹ ਦਿੱਲੀ ਦੇ ਵਿੱਚ ਬੈਠਾ, ਤੇ ਜਿਹੜਾ ਤੁਸੀਂ ਮੋਦੀ ਉਹ ਪੰਜਾਬ ਦੇ ਵਿੱਚ ਬੈਠੇ ਆ। ਤੇ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਅਸੀਂ ਦੇਸ਼ ਦੀ ਰੱਖਿਆ ਕੀਤੀ ਆ, ਮੈਂ ਕੈਪਟਨ ਰਹਿ ਚੁੱਕਿਆ, ਪਰ ਕੈਪਟਨ ਵਾਸਤੇ ਬਹੁਤ ਸ਼ਰਮਿੰਦਗੀ ਦੀ ਗੱਲ ਆ ਜਿਹੜਾ ਕੈਪਟਨ ਨਸ਼ੇ ਨੂੰ ਪ੍ਰਮੋਟ ਕਰ ਰਿਹਾ ਹੋਵੇ। ਤੇ ਇਸ ਕਰਕੇ ਜੇਕਰ ਤੁਹਾਡੇ ਕੋਲ ਹਲੇ ਵੀ, ਜੇਕਰ ਤੁਹਾਨੂੰ ਤਨਖਾਹਾਂ ਨਾਲ ਤੁਹਾਡਾ ਨਹੀਂ ਸਰਦਾ, ਹੋਰ ਜਿਹੜੇ ਤੁਹਾਡੇ ਕੰਮ ਚੱਲਦੇ ਉਹਨਾਂ ਨਾਲ ਤੁਹਾਡਾ ਨਹੀਂ ਚੱਲਦਾ, ਤੇ ਜਿੰਨੇ ਅਸੀਂ ਹੀਰਿਆਂ ਵਾਲੀ ਪਿੰਡ ਦੇ ਵਿੱਚ ਬੈਠੇ ਆ, ਫਾਜ਼ਿਲਕਾ ਜ਼ਿਲ੍ਹਾ ਵਾਲੇ ਅਸੀਂ ਸਲਾਹ ਕਰ ਲੈਂਦੇ ਆ, ਫਾਜ਼ਿਲਕਾ ਦੇ ਵਿੱਚੋਂ ਅਸੀਂ ਤੁਹਾਨੂੰ ਕੌਲੇ ਲੈ ਦਿੰਦੇ ਆ, ਤੇ ਕੌਲਿਆਂ ਨਾਲ ਮੰਗ ਕੇ ਖਾ ਲਓ, ਉੱਥੇ ਬਹਿ ਜਾਓ। ਕਿਉਂਕਿ ਤੁਹਾਡਾ ਇੱਕ ਮੰਤਰੀ ਸੀਗਾ, ਸਾਧੂ ਮੰਤਰੀ, ਜਿਹਨੇ ਅੱਗੇ 64 ਕਰੋੜ ਰੁਪਏ ਦਾ ਘਪਲਾ ਕੀਤਾ ਸੀ, ਉਹਦੇ ਤੇ ਇਲਜ਼ਾਮ ਵੀ ਬੜੇ ਲੱਗੇ, ਉਹਦਾ ਕੋਈ ਸਾਹਮਣੇ ਨਹੀਂ ਆਇਆ, ਉਹਦੇ ਬਾਰੇ ਵੀ ਤੁਸੀਂ ਚੁੱਪ ਰਹੇ। ਪਰ ਜਿਹੜੇ ਹੁਣ ਤੁਹਾਡੇ ਆ ਮੰਤਰੀ ਆ ਤਾਂ ਤੁਹਾਡੇ ਸਾਹਮਣੇ ਹੀ ਆ, ਕੀ ਹੁਣ ਤੁਹਾਨੂੰ ਪਤਾ ਨਹੀਂ ਲੱਗਦਾ? ਆਪ ਤੁਸੀਂ ਘਰਾਂ ਦੇ ਵਿੱਚ ਬੈਠੇ ਜਸ਼ਨ ਮਨਾ ਰਹੇ ਆ ਵੀ ਉਂਝ ਦੂਜਿਆਂ ਨੂੰ ਤੁਸੀਂ ਕਹਿ ਰਹੇ ਆ ਕਰੋਨਾ ਵਾਇਰਸ। ਕੀ ਗੱਲ ਤੁਹਾਡੇ ਘਰੇ ਕਰੋਨਾ ਵਾਇਰਸ ਨਹੀਂ ਆਈ? ਜਿਹੜੇ ਹੁਣ ਪਿੰਡ ਦੇ ਵਿੱਚ ਬੈਠੇ ਆ, ਜਿਹੜੇ ਸ਼ਹਿਰ ਦੇ ਵਿੱਚ ਬੈਠੇ ਆ, ਜਿਹੜੇ ਪੰਜਾਬ ਦੇ ਵਿੱਚ ਧਰਨੇ ਲਾਈ ਬੈਠੇ, ਤੁਸੀਂ ਉਹਨਾਂ ਨੂੰ ਉਠਾਉਣ ਦੀ ਬਜਾਏ ਗੱਲ ਕਰਦੇ ਹੋ, ਤੁਸੀਂ ਇਹ ਮੰਤਰੀਆਂ ਨੂੰ ਸਮਝਾਓ। ਔਰ ਜੇਕਰ ਮੈਂ ਕੁਝ ਗਲਤ ਕਹੀ ਆ ਤਾਂ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ। ਗੱਲ ਕੋਈ ਵੀ गलत कही है। वाहिगुरु जी का खालसा, वाहिगुरु जी की फतेह। छोटी फैक्ट्री लगाने लग रही है, इन्ना मंदिर है, इन्ना गांव है, बीच में स्कूल है, बठे फैक्ट्री लगने लग रही है। स्कूल के पीछे पर प्रभाव पड़ेगा, सारों पहले हमारे बच्चों के भविष्य पर प्रभाव पड़ेगा। हर पेरेंट्स ये चाहे कि हमारे बच्चों बढ़िया फ्यूचर मिले, भी ने बढ़िया तरीकों भी देख रेख करा, पर सानू जब वो बड़ो होगा तो सानू पहले मना ही पूछे कि आपके पेरेंट्स ने कि वो खतरनाक काम क्या मिल लगाए उठे के परवरिश देने लग रहे हैं। राणे सोडी फैक्ट्री जरूरी लगानी है, लगाओ तो एक अच्छा हॉस्पिटल बना दे, एक अच्छा कोई स्कूल बना दे, या कोई मेडिकल बना दे। हर तरह की दिक्कत आवेगी अठे बच्चा ने पढ़ावांगा तो। उधर इस मामले संबंधी फाजिलका जिले के डीसी ने कहा है कि उन्होंने वालों कई बार मीटिंग करवा के दोवां धिरां च समझौता करवाउण दी कोशिश की गई है, पर इस मसले का फिलहाल कोई भी हल नहीं निकल सकिया है। ते बहुत जल्द हुण उन्होंने वालों दोवां पार्टियां दी मीटिंग करवा के दोबारा मसले का हल करवाउण दी कोशिश की जाएगी। वो इस तरह है कि पिछले कुछ दिनों तो पिंड हीरावाली और उसके आस पास के पिंडों दीयां पंचायतां और पब्लिक वालों एक प्रोटेस्ट किया जा रहा है। वो ये सारे पिंड वासी चाहते हैं कि जिहड़ी एक फैक्ट्री इथनॉल दी उत्थे पिंड हीरावाली लगन वास्ते जो कार्रवाई संबंधित कंपनी ने की हुई है, उस फैक्ट्री की कंस्ट्रक्शन नूं लै करके पिंड वासियों ने आपदा रोस जाहिर किया है और वो मांग कर रहे हैं कि ये फैक्ट्री इत्थे ना बने। और इत्थे पिछले समय तो धरने वगैरह पिंड वासियों वालों, इलाके के पिंड वासियों वालों भी रल के धरने किए गए है, रोड भी ब्लॉक की हुई है, मेन रोड। और इस दे नाल नाल कुछ पोलिटिकल लीडर समान भी उत्थे मौके ते इन्हां दे कोले जांदे रहे है, धरने विच भी शामिल होंदे रहे। कुछ समा वारी नाल लीडर समान साडी जानकारी मुताबक उत्थे पहुँचते रहे है। ये फैक्ट्री वालियां नूं जिहड़े लगाने चाहते हैं, असी आपदे कोले उन्हां नूं बुलवाया सीगा, किसानां नूं बुलवाया सी, पंचायतां नूं, कंसर्न नूं असी आपदे कोले मीटिंग रखी सी भी इसदा कोई सलूशन
ਜਿਹੜਾ ਉਹ ਨਿਕਲ ਸਕੇ, ਤਾਂ ਜੋ ਕਿਸੇ ਕਿਸਮ ਦੀ ਰੁਕਾਵਟ ਜਾਂ ਕੋਈ ਧਰਨੇ ਦੀ ਲੋੜ ਨਾ ਪਵੇ, ਕੋਈ ਰੋਡ ਬਲੋਕੇਜ ਨਾ ਹੋਵੇ। ਸਾਡੀ ਮੀਟਿੰਗਸ ਇਹਨਾਂ ਨਾਲ ਹੋਈਆਂ, ਦੋਵਾਂ ਤਰ੍ਹਾਂ ਦੀ ਹਾਜ਼ਰੀ 'ਚ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਫਿਰ ਇਹ ਗੱਲ ਸਾਹਮਣੇ ਆਈ, ਫੈਕਟਰੀ ਵਾਲਿਆਂ ਨੇ ਕਿਹਾ ਵੀ ਅਸੀਂ ਜਿਹੜਾ ਯੂਨਿਟ ਲਗਾਉਣਾ ਚਾਹੁੰਦੇ ਹਾਂ ਉਸ ਤਰ੍ਹਾਂ ਵਰਗਾ ਇੱਕ ਯੂਨਿਟ ਅਸੀਂ ਤੁਹਾਨੂੰ ਚੈੱਕ ਕਰਵਾਉਣੇ, ਤੁਸੀਂ ਡੇਰਾਬੱਸੀ, ਰਾਜਪੁਰਾ ਵਗੈਰਾ ਉੱਧਰਲੇ ਪਾਸੇ ਤੁਸੀਂ ਵਿਜ਼ਿਟ ਕਰੋ, ਅਤੇ ਤਾਂ ਕਿ ਜਿਹੜੀ ਹੈਗੀ ਆ ਤੁਹਾਡੀ ਤਸੱਲੀ ਹੋ ਸਕੇ, ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਲੈ ਕਰਕੇ ਕਿਸਾਨਾਂ ਦੀ ਤਸੱਲੀ ਹੋ ਸਕੇ। ਸੋ ਕਿਸਾਨ ਭਰਾ ਪਹਿਲਾਂ ਨਹੀਂ ਸੀ ਸਾਡੇ ਰਾਜੀ ਉੱਥੇ ਜਾਣ ਵਾਸਤੇ, ਫਿਰ ਅਸੀਂ ਉਹਨਾਂ ਨੂੰ ਵਾਰ-ਵਾਰ ਰਿਕੁਐਸਟ ਕੀਤੀ ਅਤੇ ਫਿਰ ਉਸ ਤੋਂ ਬਾਅਦ ਉਹ ਰਾਜ਼ੀ ਹੋਏ, ਔਰ ਫਿਰ ਉਹਨਾਂ ਨੇ ਰਾਜਪੁਰਾ ਔਰ ਡੇਰਾਬੱਸੀ ਉਹਨਾਂ ਨੇ 2-3 ਫੈਕਟਰੀਜ਼ ਵਿਜ਼ਿਟ ਕਰਨ ਵਾਸਤੇ ਉਹ ਗਏ। ਸਾਡੇ ਪੋਲਿਊਸ਼ਨ ਕੰਟਰੋਲ ਦੇ ਆਫਿਸਰ ਵੀ ਨਾਲ ਸ਼ਾਮਲ ਸੀਗੇ, ਔਰ ਉਸ ਤੋਂ ਬਾਅਦ ਵਾਪਸ ਉਹ ਆਏ, ਅਸੀਂ ਫਿਰ ਉਹਨਾਂ ਨੂੰ ਮਿਲੇ। ਉਹਨਾਂ ਨੇ ਫਿਰ ਆਪਦੀਆਂ ਗੱਲਾਂ ਬਾਤਾਂ ਉਹਨਾਂ ਨੇ ਕਹੀਆਂ, ਔਰ ਉਹਨਾਂ ਨੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਵੀ ਇਹ ਗੱਲ ਕਹੀ ਵੀ ਉਹਨਾਂ ਦੀ ਤਸੱਲੀ ਨਹੀਂ ਹੋਈ, ਔਰ ਹੁਣ ਅਸੀਂ ਇਹ ਸੋਚਿਆ ਵੀ ਕੰਪਨੀ ਵਾਲਿਆਂ ਨੂੰ ਦੁਬਾਰਾ ਅਸੀਂ ਬੁਲਾਵਾਂਗੇ ਕਿ ਉਹਨਾਂ ਦੁਬਾਰਾ ਆਮਣੇ ਸਾਹਮਣੇ ਬਿਠਾ ਕੇ ਜਿਹੜੇ ਸਵਾਲ ਜਿਹੜੇ ਹੈਗੇ ਆ ਕਿਸਾਨਾਂ ਦੇ, ਉਹਨਾਂ ਦੇ ਮਨ 'ਚ ਹਜੇ ਵੀ ਹੈ ਜਾਂ ਕੋਈ ਵੀ ਗੱਲ ਹੋਰ ਉਹਨਾਂ ਦੀ ਸ਼ੰਕਾ ਜੋ ਹੈ, ਉਹ ਸਾਰੀ ਗੱਲ ਆਪਦੇ ਸਵਾਲ ਕਰਨ ਔਰ ਕੰਪਨੀ ਵਾਲੇ ਉਹਨਾਂ ਨੂੰ ਆਨਸਰ ਕਰਨ, ਉਹਨਾਂ ਦੇ ਜਵਾਬ ਸਵਾਲ ਉਹਨਾਂ ਦੇ ਦੇਣ। ਸੋ ਇਹ ਚੀਜ਼ ਸਾਡਾ ਅਗਲਾ ਸਟੈਪ ਹੈ। ਅਸੀਂ ਹੁਣ ਆਉਣ ਵਾਲੇ ਛੁੱਟੀ ਵਾਲੇ ਦਿਨ ਕਰਨਾ ਚਾਹੁੰਦੇ ਹਾਂ ਇਹ ਮੀਟਿੰਗ, ਕਿਉਂਕਿ ਜਿਹੜੇ ਸਾਡੇ ਹੈਗੇ ਆ ਕਿਸਾਨ ਭਰਾ ਉਹ ਚਾਹੁੰਦੇ ਸੀਗੇ ਵੀ ਲੋਕਲ ਜਿਹੜੇ ਲੀਡਰ ਸਭਾਨ MLA ਸਾਹਿਬ ਲੋਕਲ ਉਹ ਵੀ ਵਿੱਚ ਮੀਟਿੰਗ 'ਚ ਸ਼ਾਮਲ ਹੋਣ। ਇਸ ਕਰਕੇ ਕਿਉਂਕਿ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਇਸ ਵਕਤ, ਇਹ ਫਿਰ ਮੀਟਿੰਗ ਵੀਕਐਂਡ 'ਤੇ ਹੀ ਹੋ ਪਾਏਗੀ, ਪਹਿਲਾਂ ਹੋ ਨਹੀਂ ਸਕੇਗੀ। ਸੋ ਇਸ ਕਰਕੇ ਅਸੀਂ ਆਉਣ ਵਾਲੇ ਵੀਕਐਂਡ 'ਚ ਇਹਨਾਂ ਦੀ ਮੀਟਿੰਗ ਕਰਾਂਗੇ, ਦੁਬਾਰਾ ਦੋਵਾਂ ਤਰ੍ਹਾਂ ਨੂੰ ਬੁਲਵਾਵਾਂਗੇ। ਫੈਕਟਰੀ ਵਾਲਿਆਂ ਕੋਲ ਸਰ ਸਾਰੇ ਲੀਗਲ ਡਾਕੂਮੈਂਟਸ ਹੈਗੇ? ਦੇਖੋ ਉਹਨਾਂ ਮੁਤਾਬਕ ਤਾਂ ਉਹਨਾਂ ਕੋਲੇ ਲੀਗਲ ਡਾਕੂਮੈਂਟਸ ਹੈਗੇ ਆ, ਬਾਕੀ ਇਹ ਡਿਟੇਲਸ ਜਿਹੜੀਆਂ ਹੈਗੀਆਂ ਇਹ ਪੋਲਿਊਸ਼ਨ ਕੰਟਰੋਲ ਬੋਰਡ ਉਹ ਚੈੱਕ ਕਰ ਰਹੇ ਆ, ਉਹ ਦੇਖਣਗੇ, ਇਸ ਬਾਰੇ ਉਹ ਜਾਣਕਾਰੀ ਬਿਹਤਰ ਉਹ ਦੇਣਗੇ। ਸਰ ਇਹਨਾਂ ਨੂੰ ਧਰਨਾ ਨਹੀਂ ਉਠਵਾਇਆ ਜਾ ਰਿਹਾ ਜਿਵੇਂ ਕਿ ਹਾਈਵੇ ਜਾਮ? ਦੇਖੋ ਧਰਨੇ ਵਾਸਤੇ ਇਹ ਬੈਠੇ ਸੀਗੇ, ਇਹ ਅਸੀਂ ਫਿਰ ਇਹਨਾਂ ਨੂੰ ਵੈਸੇ ਤਾਂ ਕਨਵਿੰਸ ਨਹੀਂ ਸੀ ਹੋ ਰਹੇ, ਪਰ ਅਸੀਂ ਬੜੇ ਉਹਨਾਂ ਨੂੰ ਜ਼ੋਰ ਦੇ ਕੇ ਕਨਵਿੰਸ ਕੀਤਾ ਹੈ ਕਿ ਰਾਤ ਦੇ ਟਾਈਮ ਨਹੀਂ ਉਹ ਬੈਠਦੇ ਤਾਂ ਕਿ ਕੋਈ ਐਵੇਂ ਐਕਸੀਡੈਂਟ ਵਗੈਰਾ ਹੋ ਜੇ। ਪਲੱਸ ਉਹਨਾਂ ਨੇ ਵਿੱਚੋਂ ਕੁਛ ਕੁ ਪਰਿਵਾਰਾਂ ਨੇ ਮਰਨ ਵਰਤ 'ਤੇ ਉਹ ਬੈਠ ਗਏ ਸੀਗੇ, ਔਰ ਫਿਰ ਅਸੀਂ ਉਹਨਾਂ ਨੂੰ ਕਨਵਿੰਸ ਕਰਕੇ ਮਰਨ ਵਰਤ ਤੋਂ ਉਹਨਾਂ ਨੂੰ ਉਠਾਇਆ, ਔਰ ਇਸ ਵਕਤ ਦੇ ਮਰਨ ਵਰਤ 'ਤੇ ਨਹੀਂ ਕੋਈ ਬੈਠਾ। ਸੋ ਸਾਡੀ ਕੋਸ਼ਿਸ਼ ਜਾਰੀ ਹੈ ਵੀ ਕਿਸੇ ਨਾ ਤਰੀਕੇ ਨਾਲ ਕੋਈ ਨਾ ਕੋਈ ਸੋਲੂਸ਼ਨ ਨਿਕਲੇ ਤਾਂ ਕਿ ਇਹ ਸਮੱਸਿਆ ਦਾ ਹੱਲ ਜਲਦੀ ਹੋ ਸਕੇ। ਦੱਸਦੀ ਕਿ ਪ੍ਰਦਰਸ਼ਨਕਾਰੀਆਂ ਦਾ ਧਰਨਾ ਅੱਜ 17ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ ਤੇ ਉਹਨਾਂ ਵੱਲੋਂ ਪੰਜਾਬ ਰਾਜਸਥਾਨ ਹਾਈਵੇ ਨੂੰ ਬੰਦ ਕੀਤਾ ਗਿਆ ਹੈ। ਫਿਲਹਾਲ ਪੰਜਾਬ ਦੇ ਕੈਬਨਿਟ ਮੰਤਰੀ ਇੱਥੇ ਸ਼ਰਾਬ ਦੀ ਫੈਕਟਰੀ ਲਗਵਾਉਣਗੇ ਜਾਂ ਫਿਰ ਪ੍ਰਸ਼ਾਸਨ ਵੱਲੋਂ ਪਿੰਡ ਨਿਵਾਸੀਆਂ ਦੀ ਪੁਕਾਰ ਸੁਣੀ ਜਾਏਗੀ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਾਜ਼ਿਲਕਾ ਤੋਂ ਇੰਦਰਜੀਤ ਸਿੰਘ, ਪੰਜਾਬੀ ਲੋਕ ਚੈਨਲ।